वायरल है और क्या जा रहा है आरजू राजा जानामाज़, तस्बीह वगैरह खरीदी, तो मैं शुक्रिया अदा करती हूँ आंटी गज़ाला का कि उन्होंने मुझे ये सब चीज़ें दिलाई। किसी के पास्टर हो। इस मुकदमे तो इलावा भी कोई मुकदमा है जिहदे च आरजू राजा या ਉਹਦੇ ਵਾਲदैन ਨੂੰ 5 ਕੇਸ ਚੱਲ ਰਹੇ ਨੇ। ਹਰ ਥਾਂ ਤੇ ਪੈਸੇ ਲੱਗਦੇ ਆ ਤੇ ਇੰਨੇ ਜ਼ਿਆਦਾ ਪੈਸੇ ਜਿਹੜੇ ਨੇ ਉਹ ਤੁਸੀਂ ਕਿੱਥੋਂ ਇਕੱਠੇ ਕੀਤੇ, ਕਿਹੜੀਆਂ ਏਜੰਸੀਜ਼ ਨੇ, ਕਿੰਨਾ ਲੋਕਾਂ ਨੇ ਤੁਹਾਨੂੰ ਪੈਸੇ ਦਿੱਤੇ ਨੇ। जिस दिन आप कहेंगी कि आप क्रिश्चियन हैं, आपका वहाँ पर मैं बयान करवा दूंगा कि आप क्रिश्चियन हैं, ये रिवर्ट हो जाएगा। ਮੇਰੇ ਵੱਲੋਂ ਸਭ ਭੈਣ ਭਾਈਆਂ ਨੂੰ ਸਲਾਮ ਹੋਵੇ, ਜਾਤਕਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦੀ ਗੱਲ ਦੇ ਨਾਲ ਨਾਸਰ ਜਮੀਲ ਹਾਜ਼ਰ ਖਿਦਮਤ ਹੈ ਔਰ ਅੱਜ ਦੀ ਗੱਲ ਜਿਹੜੀ ਹੈ ਉਹ ਇੱਕ ਕੌਮ ਦੀ ਬੇਟੀ ਦੇ ਕੇਸ ਦੇ ਮੁਤਲਕ ਹੈ ਜਿਹੜਾ ਬਹੁਤ ਮਸ਼ਹੂਰ ਜ਼ਮਾਨਾ ਹੈ ਆਰਜ਼ੂ ਰਾਜਾ ਕੇਸ। ਤੁਸੀਂ ਜਾਣਦੇ ਹੋ ਵੀ ਉਹ ਕੇਸ ਜਿਹੜਾ ਹੈ ਉਹ ਮੁਖਤਲਿਫ ਮਰਾਹਲ ਦੇ ਵਿੱਚੋਂ ਗੁਜ਼ਰਦਿਆਂ ਹੋਇਆ ਹੁਣ ਆਰਜ਼ੂ ਰਾਜਾ ਜਿਹੜੀ ਹੈ ਉਹਨੂੰ ਅਦਾਲਤ ਆਲੀਆ ਯਾਨੀ ਸਿੰਧ ਹਾਈ ਕੋਰਟ ਜਿਹੜਾ ਹੈ ਉਹਨੇ ਇਜਾਜ਼ਤ ਦੇ ਦਿੱਤੀ ਹੈ ਵੀ ਉਹ ਆਪਣੇ ਮਾਂ-ਬਾਪ ਦੇ ਨਾਲ ਜਾ ਕੇ ਰਹਿ ਸਕੇ। ਉਹਦੇ ਨਾਲ ਚੰਦ ਸ਼ਰਾਇਤ ਵੀ ਲਾਈਆਂ ਗਈਆਂ ਨੇ ਔਰ ਉਹਦੇ ਵਿੱਚ ਇਹ ਇੱਕ ਸ਼ਰਤ ਕਿ ਉਹ ਹਰ 3 ਮਹੀਨੇ ਦੇ ਵਿੱਚ ਇੱਕ ਵਾਰੀ ਜਿਹੜੀ ਹੈ ਉਹ ਪੇਸ਼ ਹੋਇਆ ਕਰੇਗੀ ਮੁਤਲਕਾ ਥਾਣੇ ਦੇ ਵਿੱਚ ਔਰ ਮੁਤਲਕਾ ਥਾਣੇ ਦੇ ਵਿੱਚ ਜਿਹੜਾ ਹੈ ਉਹ ਇਸ ਗੱਲ ਦਾ ਉਹਦੇ ਵਾਲਿदैन ਜਿਹੜੇ ਨੇ ਜਵਾਬਦੇਹੀ ਹੋਏ ਕਰੇਗੀ ਕਿ ਆਇਆ ਉਹਨੇ ਕਿਉਂਕਿ ਉਹਨੇ ਅਦਾਲਤ ਦੇ ਵਿੱਚ ਆਖਿਆ ਵੀ ਮੈਂ ਇੱਕ ਇਸਲਾਮ ਕਬੂਲ ਕਰ ਚੁੱਕੀ ਆਪਣੀ ਮਰਜ਼ੀ ਨਾਲ ਔਰ ਮੈਂ ਹੁਣ ਇੱਕ ਮੁਸਲਮਾਨ ਲੜਕੀ ਹਾਂ ਤੇ ਉਹਦੀਆਂ ਜਿਹੜੀਆਂ ਉਹਦਾ ਜਿਹੜਾ ਰਹਿਣ ਸਹਿਣ ਹੈ ਜਾਂ ਉਹਦੀ ਜਿਹੜੀ ਤਾਲੀਮਾਤ ਨੇ ਜਾਂ ਜਿਹੜਾ ਉਹਦੇ ਤੇ ਕਿਸੇ ਕਿਸਮ ਦਾ ਕੋਈ ਦਬਾਅ ਤਾਂ ਨਹੀਂ ਪਾਇਆ ਜਾ ਰਿਹਾ, ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪੁੱਛੀਆਂ ਜਾਣਗੀਆਂ ਔਰ ਅਦਾਲਤ ਜਿਹੜੀ ਹੈ ਉਹ ਇਸਤਫਸਾਰ ਕਰਿਆ ਕਰੇਗੀ ਉਸ ਥਾਣੇ ਕੋਲੋਂ ਔਰ ਅਗਰ ਪੇਸ਼ ਨਹੀਂ ਕੀਤਾ ਜਾਏਗਾ ਤੇ ਉਹਨੂੰ ਜਿਹੜਾ ਹੈ ਉਹ ਦੁਬਾਰਾ ਜਿਹੜਾ ਦਾरुल अमान भेज दिता जाएगा या जो भी अदालत में मुनासिब महसूस करेगी वो ਉਹਦੇ ਨਾਲ ਕਰ ਸਕਦੀ ਹੈ। ਔਰ ਅਗਰ ਵਾਲਿदैन ਜਿਹੜੇ ਨੇ ਜਾਂ ਕੋਈ ਦੂਸਰਾ ਜਿਹੜਾ ਉਹਦੇ ਤੇ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਬਿਲਡ ਕਰਦਾ ਹੈ ਤੇ ਫਿਰ ਵੀ ਉਹ ਕੀ ਹੋਏਗਾ। ਜਿਹੜਾ ਅਦਾਲਤ ਆਲੀਆ ਦਾ ਫੈਸਲਾ ਹੈ ਉਹ ਤੁਸੀਂ ਮੇਰੀ ਸਕਰੀਨ ਤੇ ਦੇਖ ਰਹੇ ਹੋ। ਇਹ ਹੈ ਸਿੰਧ ਹਾਈ ਕੋਰਟ ਦਾ ਫੈਸਲਾ। ਇਸ ਫੈਸਲੇ ਦੇ ਮੁਤਾਬਕ ਕੁਝ ਪਾਬੰਦੀਆਂ ਜਿਹੜੀਆਂ ਨੇ ਉਹ ਪੇਰੈਂਟਸ ਤੇ ਵੀ ਲਾਈਆਂ ਗਈਆਂ ਨੇ। 25000 ਰੁਪਏ ਦਾ ਇੱਕ ਬੌਂਡ ਜਿਹੜਾ ਸਿਕਿਉਰਿਟੀ ਬੌਂਡ ਕੁਝ ਵੀ ਤੁਸੀਂ ਉਹਨੂੰ ਜ਼ਮਾਨਤ ਕਹਿ ਸਕਦੇ ਹੋ, ਗਾਰੰਟੀ ਕਹਿ ਸਕਦੇ ਹੋ, ਉਹ ਭਰ ਕੇ ਦਿੱਤੀ ਗਈ ਹੈ ਰਾਜਾ ਮਸੀਹ ਵੱਲੋਂ, ਰਾਜਾ ਲਾਲ ਵੱਲੋਂ ਜਿਹੜਾ ਕਿ ਆਰਜ਼ੂ ਦਾ ਬਾਪ ਹੈ ਉਹਦੇ ਖਾਨਦਾਨ ਵੱਲੋਂ ਕਿ ਵੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਇਹਦੇ ਨਾਲ ਜ਼ਿਆਦਤੀ ਨਹੀਂ ਕਰਾਂਗੇ ਔਰ ਕਿਸੇ ਤਰ੍ਹਾਂ ਦਾ ਇਹਦੇ ਨਾਲ ਜਿਹੜਾ ਹੈ ਇਹਦੇ ਮਜ਼ਹਬ ਯਾਨੀ ਇਹਦੇ ਜਿਹੜਾ ਇਸਲਾਮ ਕਬੂਲ ਕੀਤਾ ਹੈ ਉਹਦੇ ਹਵਾਲੇ ਨਾਲ ਕਿਸੇ ਤਰ੍ਹਾਂ ਦਾ ਦਬਾਅ ਇਹਦੇ 'ਤੇ ਨਹੀਂ ਪਾਵਾਂਗੇ। ਇਹਦੇ ਇਲਾਵਾ ਕੁਝ ਉਹ ਦੋਸਤ ਜਿਹੜੇ ਸਾਡੇ ਭੈਣ ਭਰਾ ਜਿਹੜੇ ਇਸ ਕੰਮ ਦੇ ਵਿੱਚ ਅੱਗੇ ਸਨ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹੈ ਉਹ ਇਹਦੇ ਬਾਰੇ ਕੀ ਆਖਦੇ ਹਨ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ। ਲੇਕਿਨ ਉਹਨਾਂ ਦੇ ਵਿੱਚੋਂ ਜਿਹੜੀ ਅੱਜ ਉਹਨਾਂ ਦੀ ਸਰਖਿਆਲ ਹੈ ਜਿਹੜੀ ਆਗੂ ਹੈ ਇਹਨਾਂ ਸਾਰੇ ਕੰਮਾਂ ਦੀ ਅਸੀਂ ਕੁਝ ਦਿਨ ਪਹਿਲੇ ਉਹਨਾਂ ਨੂੰ ਜਦੋਂ ਉਹਨਾਂ ਨੇ ਇਹ ਕੰਮ ਕੀਤਾ ਸੀ ਆਰਜ਼ੂ ਰਾਜਾ ਨੂੰ ਛੁਡਵਾਇਆ ਸੀ ਅਸੀਂ ਇਹਦੇ 'ਤੇ ਇੱਕ ਆਲਰੇਡੀ ਇੱਕ ਪ੍ਰੋਗਰਾਮ ਜਿਹੜਾ ਹੈ ਉਹ 27 ਦਸੰਬਰ ਨੂੰ 28 ਦਸੰਬਰ ਨੂੰ ਕਰ ਚੁੱਕੇ ਹਾਂ ਔਰ ਉਹਨਾਂ ਦੀ ਬਹਾਦਰੀ ਨੂੰ ਸਲਾਮ ਕਰ ਚੁੱਕੇ ਹਾਂ ਅੱਜ। ਲੇਕਿਨ ਅੱਜ ਅਸੀਂ ਉਹਨਾਂ ਦੇ ਕੇਸ ਦੀਆਂ ਪਰਤਾਂ ਦੇ ਬਾਰੇ ਔਰ ਉਹਨਾਂ ਨੂੰ ਪੁੱਛਾਂਗੇ ਕਿ ਕੇਸ ਕਿੰਜ ਚੱਲਿਆ ਹੈ। ਤੇ ਆਓ ਗੱਲ ਕਰਦੇ ਹਾਂ कौम दी बेटी और एक मुजाहिद और असरे हाजिर दी दबूरा मोहतरमा पास्टर गजाला शफीक साहबा। मैडम मेरा पहला सवाल यह है कि ये केस की है, ये कदों शुरू होया और ये केस किस तरह होया, जरा इस केस की बुनियाद के बारे जरा दसिया जी। खुदावंद यसू मसीह दे अजीम जलाली बाबरकत कवि नाम च तमाम साथियां ते ईमानदारां नूं मेरा सलाम पहुंचे। मैं नैशनल न्यूज़ डामा टीम की शुक्रगुजार हाँ जिन्हों ने मैनू अज अप्रोच किया आरजू राजा के बारे में। आरजू राजा का केस कोई एडा कोई छुपिया होया केस नहीं है। वो 13 साल की बच्ची जो कराची के रहन वाली बच्ची सी, 6ठी क्लास की स्टूडेंट सी जदों माँ बाप घर काम ते गए सी, काम काज ते गए सी ते जो गायब हुई है घरों फिर अगवा का मुकदमा वालद ने दर्ज करवाया। लेकिन वो बाद दूसरी तरफों वही कि कबूल इस्लाम का सर्टिफिकेट, शादी का सर्टिफिकेट और उन्होंने दूसरा रंग देने की कोशिश की गई। मैं शुक्रगुजार हाँ इस केस के बारे कि जदों हाई कोर्ट विच बच्ची हाज़र हुई तो मैं इस वालदैन नूं, माँ नूं ते बाप नूं ते खानदान नूं लैके पहुंची हाँ उत्थे ते उत्थे जो सूरत हाल सी वो मीडिया ते वायरल हो गई, लाइव चल रहा सी सारा कुछ ते इस केस नूं बहुत हाइप मिली। तमाम मजहबी क्यादत, कैथलिक चर्च ऑफ पाकिस्तान, पेंटिकॉस्टल, सियासी क्यादत सारी ऑन बोर्ड हुई। बहुत ज़्यादा मुजाहरे भी होए
ਸਾਰਾ ਕੁਝ ਸਾਰੀ ਦੁਨੀਆ ਨੂੰ ਪਤਾ ਜੋ ਕੁਝ ਹੋਇਆ, ਲੇਕਿਨ ਥਰੂ ਆਊਟ ਇਸ ਸਾਰੇ ਟਾਈਮ ਵਿੱਚ ਮੈਂ ਇਸ ਖਾਨਦਾਨ ਦੀ ਹਿਫਾਜ਼ਤ ਵੀ ਕੀਤੀ, ਲੀਗਲ ਅਸਿਸਟੈਂਸ ਵੀ ਦਿੱਤੀ। ਨਾ ਸਿਰਫ ਇਹ ਕਿ ਇਹਨਾਂ ਦੀ ਮਦਦ ਕੀਤੀ, ਬਲਕਿ ਮੈਂ ਮੈਨੂੰ ਉਹ ਵਕਤ ਨਹੀਂ ਭੁੱਲਦਾ ਕਿ ਜਦੋਂ ਇਹ ਜਾ ਨਹੀਂ ਸੀ ਸਕਦੇ ਤੇ ਇਹਨਾਂ ਦਾ ਬੜਾ ਅੱਛਾ, ਇਹ ਬਹੁਤ ਐਨੀਮਲ ਲਵਰ ਖਾਨਦਾਨ ਹੈ ਤੇ ਇਹਨਾਂ ਦਾ ਡੌਗ ਸੀ ਇਸ਼ੀ, ਉਹਨੂੰ ਵੀ ਰੋਜ਼ਾਨਾ ਖਾਣਾ ਪਾਣ 'ਚ ਮੇਰੀ ਵੱਡੀ ਬੇਟੀ ਜਿਹੜੀ ਪ੍ਰੈਗਨੈਂਟ ਸੀ ਉਸ ਵੇਲੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਰੋਜ਼ਾਨਾ 2 ਦਫਾ ਉਸ ਡੌਗ ਨੂੰ ਵੀ ਖਾਣਾ ਪਾ ਕੇ ਆਉਂਦੀ ਸੀਗੀ। ਯਾਨੀ ਨਾ ਸਿਰਫ ਇਹਨਾਂ ਦੀ ਹਿਫਾਜ਼ਤ ਕੀਤੀ ਬਲਕਿ ਇਹਨਾਂ ਦੇ ਐਨੀਮਲ ਦੀ, ਡੌਗ ਦੀ ਵੀ ਹਿਫਾਜ਼ਤ ਕੀਤੀ। ਤੇ ਥਰੂ ਆਊਟ ਇੱਕ ਗੱਲ ਨਹੀਂ, ਇਹਨਾਂ ਦੇ ਜਦੋਂ ਇੱਥੋਂ ਰੇਲਵੇ ਕਾਲੋਨੀ 'ਚ ਰਹਿੰਦੇ ਸੀਗੇ ਤੇ ਇਹਨਾਂ ਦਾ ਘਰ ਤੇ ਕਬਜ਼ਾ ਹੋ ਗਿਆ, ਖਾਲੀ ਕਰਵਾ ਲਿੱਤਾ ਗਿਆ ਇਹ ਵਾਲਾ ਘਰ। ਤੇ ਦੂਸਰੀ ਜਗ੍ਹਾ ਇਹਨਾਂ ਦੀ ਦਾਦੀ ਦੀ ਜਗ੍ਹਾ ਸੀ, ਉਹ 260 ਗਜ਼ ਔਰ ਤੇ ਵੀ ਕਬਜ਼ਾ ਹੋ ਰਿਹਾ ਸੀ। ਲੈਂਡ ਮਾਫੀਆ ਕੋਲੋਂ ਜਗ੍ਹਾ ਵੀ ਇਹਨਾਂ ਨੂੰ ਛਡਵਾ ਕੇ ਦਿੱਤੀ। ਤੇ ਹਰ ਤਰੀਕੇ ਨਾਲ ਸ਼ੁਰੂ ਵਿੱਚ ਲੋਕੀ ਬਹੁਤ ਸਾਹਮਣੇ ਆਏ, ਲੇਕਿਨ ਬਾਅਦ ਵਿੱਚ ਚੁੱਪ ਕਰਕੇ ਬੈਠ ਗਏ। ਉਹੀ ਜਿਹੜਾ ਖੋਈ ਹੋਈ ਭੇਡ, ਬਾਈਬਲ ਮੁਕੱਦਸ ਤੇ ਕਹਿੰਦੀ 99 ਨੂੰ ਭੁੱਲ ਕੇ ਤੇ ਖੋਈ ਹੋਈ ਭੇਡ ਦੇ ਪਿੱਛੇ ਜਾਓ। ਲੇਕਿਨ ਕੌਨਸਟੈਂਟਲੀ ਅਸੀਂ ਇਹਦਾ ਪਿੱਛਾ ਕੀਤਾ, ਮੈਂ ਇਹਦਾ ਪਿੱਛਾ ਕੀਤਾ, ਮੇਰੇ ਖਾਨਦਾਨ ਨੇ ਕੀਤਾ, ਪੂਰੇ ਖਾਨਦਾਨ ਨੂੰ ਸੰਭਾਲਿਆ। ਤੇ ਖਾਨਦਾਨ ਦਾ ਵੀ ਸ਼ੁਕਰਗੁਜ਼ਾਰ ਹੈ ਕਿ ਉਹ ਵੀ ਪੁਰਜੋਸ਼ ਸਨ ਕਿ ਬੱਚੀ ਨੂੰ ਵਾਪਸ ਲੈਣਾ ਹੈ। ਤੇ ਹਰ ਲਮਹਾ, ਹਰ ਘੜੀ, ਇੱਕ ਵਕਤ ਸਾਥ ਦਿੱਤਾ, ਉਹਨਾਂ ਦੀ ਇੱਕ ਜ਼ਰੂਰਤ ਨੂੰ ਵੀ ਪੂਰਾ ਕੀਤਾ। ਮੈਂ ਸ਼ੁਕਰਗੁਜ਼ਾਰ ਹਾਂ ਕਿ ਜੋ ਸਾਡਾ ਮਕਸਦ ਸੀ, ਜਬਰਾਨ ਨਾਸਰ ਨੇ ਜਿਹੜਾ ਕੇਸ ਬਹੁਤ ਦਿਲ ਜਮਈ ਨਾਲ ਲੜਿਆ। ਥੈਂਕ ਯੂ ਮੈਡਮ, ਤੁਸੀਂ ਬੜੀ ਤਫਸੀਲ ਔਰ ਬੜੀ ਵਜ਼ਾਹਤ ਨਾਲ ਸਾਨੂੰ ਇਹ ਚੀਜ਼ਾਂ ਦੱਸੀਆਂ। ਮੇਰਾ ਦੂਸਰਾ ਸਵਾਲ ਇਹ ਹੈ ਕਿ ਜਿਹੜਾ ਇਸ ਸਾਰੇ ਕੰਮ ਲਈ, ਮਤਲਬ ਕਿਉਂਕਿ ਇਟ ਵਾਜ਼ ਅ ਲੌਂਗ ਜਰਨੀ, ਬੜਾ ਲੰਬਾ ਸਫ਼ਰ ਸੀ ਔਰ ਚੰਗਾ ਮਹਿੰਗਾ ਪੈਂਦਾ ਸੀ ਕਿਉਂਕਿ ਹਰ ਥਾਂ ਤੇ ਪੈਸੇ ਲੱਗਦੇ ਹਨ। ਤੇ ਇੰਨੇ ਜ਼ਿਆਦਾ ਪੈਸੇ ਜਿਹੜੇ ਨੇ ਉਹ ਤੁਸੀਂ ਕਿੱਥੋਂ ਇਕੱਠੇ ਕੀਤੇ? ਕਿਹੜੀਆਂ ਏਜੰਸੀਜ਼ ਨੇ, ਕਿੰਨਾ ਲੋਕਾਂ ਨੇ ਤੁਹਾਨੂੰ ਪੈਸੇ ਦਿੱਤੇ ਨੇ ਔਰ ਇਹ ਪੈਸੇ ਤੁਸੀਂ ਕਿਸ ਤਰ੍ਹਾਂ ਜਿਹੜੇ ਨੇ ਉਹ ਬਣਾਏ ਨੇ? ਕਿਉਂਕਿ ਆਮ ਤੌਰ ਤੇ ਖਿਆਲ ਕੀਤਾ ਜਾ ਰਿਹਾ ਹੈ ਕਿ ਬਹੁਤ ਸਾਰੇ ਜ਼ਿਆਦਾ ਪੈਸੇ ਜਿਹੜੇ ਨੇ ਉਹ ਤੁਸੀਂ ਕਿਧਰੋਂ ਨਾ ਕਿਧਰੋਂ ਇਕੱਠੇ ਕੀਤੇ ਨੇ। ਅੱਛਾ, ਜਿਨ੍ਹਾਂ ਨੇ ਵੀ ਮਦਦ ਕੀਤੀ, ਡਾਇਰੈਕਟ ਕੀਤੀ, ਬਹੁਤ ਲੋਕਾਂ ਨੇ ਮਦਦ ਕੀਤੀ। ਡਾਇਰੈਕਟ ਰਾਜਾ ਦੇ ਅਕਾਊਂਟ ਵਿੱਚ ਜਾਂਦੇ ਜਾਂ ਰਾਜਾ ਦੇ ਹੱਥ ਵਿੱਚ ਦਿੱਤੇ ਗਏ। ਇਸ ਵਾਸਤੇ ਜਦੋਂ ਮੈਨੂੰ ਇਮਰਾਨ ਮਕਸੂਦ ਸਾਹਿਬ ਨੇ ਪੁੱਛਿਆ ਕਿ ਮਜ਼ੀਦ ਸਪੋਰਟ ਦੀ ਜ਼ਰੂਰਤ ਹੈ ਤਾਂ ਮੈਂ ਕਲੀਅਰਲੀ ਮਨਾ ਕੀਤਾ। ਮੈਂ ਕਿਹਾ ਨਹੀਂ, ਕਿਸੇ ਹੋਰ ਜ਼ਰੂਰਤਮੰਦ ਦੀ ਇਸ ਵਕਤ ਤੁਸੀਂ ਮਦਦ ਕਰੋ। ਰਾਜਾ ਦੀ ਫੈਮਿਲੀ ਦੀ ਕਾਫੀ ਮਦਦ ਬਹੁਤ ਲੋਕਾਂ ਨੇ ਕਰ ਦਿੱਤੀ ਹੈ ਤੇ ਦੇ ਨੀਡ ਨੋ ਮੋਰ ਹੈਲਪ। ਔਰ ਖੁਦ ਇਹਦੀ ਜੌਬ ਵੀ ਲੱਗ ਗਈ ਤੇ ਜੌਬ ਇਹਨੇ ਕਰਨੀ ਸ਼ੁਰੂ ਕਰ ਦਿੱਤੀ। ਤੇ ਇਸ ਵਾਸਤੇ ਮੈਂ ਇਮਰਾਨ ਮਕਸੂਦ ਸਾਹਿਬ ਨੂੰ ਮਨਾ ਕਰ ਦਿੱਤਾ ਸੀਗਾ। ਲੇਕਿਨ ਉਹਦੇ ਬਾਅਦ ਵੀ ਜਿਹੜੀ ਵੀ ਜ਼ਰੂਰਤ ਸੀ, ਬਹੁਤ ਸੇ ਜਿੱਦਾਂ ਕਾਲਜ ਵਿੱਚ ਇਹਨਾਂ ਦੀ ਬੱਚਿਆਂ ਦੀ ਐਡਮਿਸ਼ਨ ਸੀ, ਉਹ ਡਾਇਸਿਸ ਨੇ ਜ਼ਿੰਮੇਵਾਰੀ ਲੈ ਕੇ ਤੇ ਉਹ ਸਾਰਾ ਐਡਮਿਸ਼ਨ ਕਰਵਾਇਆ। ਹਰ ਚੀਜ਼ ਇਹਨਾਂ ਦੀ ਫ੍ਰੀ ਸੀ ਕਾਲਜ ਵਿੱਚ। ਤੇ ਅੱਛੇ ਨੇਕ ਲੋਕ ਪਾਕਿਸਤਾਨ ਵਿੱਚ ਵੀ ਮੌਜੂਦ ਨੇ ਤੇ ਉਹ ਨੇਕੀ ਹਰ ਕਿਸੇ ਨੇ ਇਹਨਾਂ ਨਾਲ ਕੀਤੀ ਤੇ ਉਸ ਨੇਕੀ ਨੂੰ ਭੁੱਲਣਾ ਨਹੀਂ ਚਾਹੀਦਾ। ਤੇ ਮੈਂ ਦੁਬਾਰਾ ਕਹਿ ਰਹੀ, ਨਾ ਮੈਂ ਕਿਸੇ ਆਰਗੇਨਾਈਜੇਸ਼ਨ ਨੂੰ, ਨਾ ਕਿਸੇ ਡੋਨਰ ਏਜੰਸੀਜ਼ ਨੂੰ ਕਿਸੇ ਕੋਲੋਂ ਪੈਸੇ ਨਹੀਂ ਲਿੱਤੇ, ਨਾ ਮੈਂ ਕਿਸੇ ਨੂੰ ਲਿਖਿਆ। ਹਾਂ, ਮੈਨੂੰ ਪਤਾ ਬਹੁਤ ਸਾਰੀ ਜਗ੍ਹਾ ਤੇ ਡੋਨੇਸ਼ਨਸ ਲੱਗੀਆਂ ਹੋਈਆਂ ਨੇ, ਲੋਕ ਝੂਠੀ ਗੱਲਾਂ ਲਿਖ ਕੇ ਤੇ ਮੰਗਵਾ ਰਹੇ ਹੋਣਗੇ, ਬਟ ਮੇਰਾ ਉਹਨਾਂ ਨਾਲ ਕੋਈ ਤਾਲੁਕ ਨਹੀਂ। ਜੀ ਸਿਸਟਰ ਜੀ, ਮੇਰਾ ਤੀਸਰਾ ਸਵਾਲ ਇਹ ਹੈ ਬਈ ਤੁਸੀਂ ਜ਼ਰਾ ਦੱਸਿਆ ਜੇ ਕਿ ਜਿਹੜਾ ਆਰਜ਼ੂ ਰਾਜਾ ਨੂੰ ਮਤਲਬ ਇੱਥੋਂ ਰਿਲੀਫ ਮਿਲ ਗਿਆ ਹੈ ਔਰ ਇਹਨੂੰ ਵਾਲਦਨ ਦੇ ਨਾਲ ਭੇਜ ਦਿੱਤਾ ਗਿਆ ਹੈ, ਇਸ ਮੁਕੱਦਮੇ ਤੋਂ ਇਲਾਵਾ ਵੀ ਕੋਈ ਮੁਕੱਦਮਾ ਹੈ ਜਿਹਦੇ 'ਚ ਆਰਜ਼ੂ ਰਾਜਾ ਜਾਂ ਉਹਦੇ ਵਾਲਦੈਨ ਨੂੰ ਜਾਂ ਕਿਸੇ ਮਤਲਬ ਇਸ ਕੇਸ ਨਾਲ ਜਿਹੜੇ ਲੱਗਦੇ ਹੋਏ ਜੀ ਨੇ ਉਹਨਾਂ ਨੂੰ ਕਿਸੇ ਹੋਰ ਮੁਕੱਦਮੇ ਦੇ ਵਿੱਚ ਵੀ ਤਲਬ ਕੀਤਾ ਜਾ ਰਿਹਾ ਹੋਵੇ? ਆਰਜ਼ੂ ਰਾਜਾ ਦੀ ਇੱਕ ਤੇ ਕਸਟਡੀ ਦਾ ਸੀਗਾ, ਉਹ ਤੇ ਮਿਲ ਗਈ ਵਾਲਦੈਨ ਨੂੰ। ਤੇ ਕਿਆ ਕੋਈ ਹੋਰ ਕੇਸਿਸ ਵੀ ਨੇ? ਜੀ, ਇਸ ਵੇਲੇ 5 ਕੇਸ ਚੱਲ ਰਹੇ ਨੇ ਜਿਹਦੇ ਵਿੱਚ ਆਰਜ਼ੂ ਰਾਜਾ ਦੀ ਵੀ ਹਾਜ਼ਰੀ ਜ਼ਰੂਰੀ ਹੈ ਔਰ ਵਾਲਦੈਨ ਨੂੰ ਵੀ ਉੱਥੇ ਹੋਣਾ ਬਹੁਤ ਜ਼ਰੂਰੀ ਹੈ। ਸ਼ਰੀਅਤ ਕੋਰਟ ਵਿੱਚ ਕੇਸ ਚੱਲ ਰਿਹਾ, ਅਜ਼ਹਰ ਦੀ ਬੇਲ ਕੈਂਸਲੇਸ਼ਨ ਹਾਈ ਕੋਰਟ 'ਚ ਲੱਗੀ ਹੋਈ ਹੈ, ਫੈਮਿਲੀ ਕੋਰਟ ਵਿੱਚ ਕੇਸ ਚੱਲ ਰਿਹਾ ਜੋ ਵਾਲਦੈਨ ਨੇ ਕਸਟਡੀ ਵਾਸਤੇ ਪਾਇਆ ਸੀ, ਟਰਾਇਲ ਕੋਰਟ ਚੱਲ ਰਹੀ ਹੈ। 5 ਜਗ੍ਹਾ ਤੇ ਇਸ ਵੇਲੇ ਲੀਗਲ ਜਿਹੜੀ ਕਾਨੂੰਨੀ ਚਾਰਾਜੋਈ ਤੇ ਜੰਗ ਜਾਰੀ ਹੈ ਔਰ ਉਸ ਨੂੰ
किसी हतमी नतीजे तक पहुँचाना बेइंतहा ज़रूरी है। लेकिन आ जड़ा तमाशा शुरू हो गया है, खैंचातानी शुरू हो गई है, इहदा सानू नहीं पता कि की हो रहा है। जड़ा अगे सुप्रीम कोर्ट विच भी जाण दा फैसला ये बिल्कुल डिस्कस किया जा सकता सी। अकमल भट्टी साहब अगर वो नैशनल अलायंस का अपने आप नूं कहंदे ने ते वो नैशनल विच सूबा सिंध पाकिस्तान का ही हिस्सा है, तो उन्होंने पता है कि इत्थे ग्राउंड ते 80 सारा कुछ देख रहे थे। जबरान नासर देख रहा सी, 5 तारीख नूं केस लगा होया सी, 6 तारीख नूं केस लगा होया सी, ते कोई इतला नहीं। ते मीडिया ते सानू पता चल रहा है कि उन्होंने जी अपनी काउंसल चेंज कर ली है, तो उन्होंने मीडिया ते कहा जी भी असी हुण सारे केसिस नूं देखांगे। सानू कोई ऑफिशियल जबरान नाल कोई इखलाकी जिम्मेदारी समझते हुए किसी ने कोई राबता नहीं किया। उन्हों का पूरा हक है, वो अपना कौंसल चेंज कर सकते हैं, वो अपने फैसले करन च आज़ाद ने। लेकिन एक इखलाकी जिम्मेदारी बनती है जेड़े भी अगे आ रहे हैं कि जिन्हों ने पूरा 1.25 साल केस चलाया, खानदान नूं संभालिया, बच्ची नूं बाहिफाजत वापस लिता, ग्राउंड ते की केसिस चल रहे ने, की हो रहा, उन्हां नाल गुफ्तगू करना, मुशावरत करनी उन्हां दी जिम्मेदारी बनती सी। लेकिन ना वालदैन ने ना जेड़े आ लीडर्स अगे आए, अचानक उठ के आए ते हुण ओ प्रेस कॉन्फ्रेंस तक कर दी। लेकिन किसे नूं ना वालदैन मुसलसल झूठ बोल रहा, राजा साढ़े ना झूठ बोल रहा, उस दिन झूठ बोल रहा, कह रहा कि भी मैं लाहौर विच हाँ, बारिश हो रही, समान बनया होया, मैं 4 बजे वापस आ रहा, मेरे को रिकॉर्डिंग्स मौजूद ने। और लॉयर असिस्टेंट उदा फोन कर रहा जबरान दा, उदा फोन नहीं उठाया जा रहा। बाजी मेरा अगला सवाल ये है कि आजकल एक वीडियो वायरल हुई है। गुड इवनिंग, मेरा नाम है आरजू राजा और मैंने शेल्टर से बाहर आने के बाद कुछ चीज़ें खरीदी, जानमाज, तस्बीह वगैरह खरीदी। तो मैं शुक्रिया अदा करती हूँ आंटी गजाला का कि उन्होंने मुझे ये सब चीज़ें दिलाई और अब मैं अल्लाह का लाख लाख शुक्र है कि नमाज पढ़ रही हूँ। नाज़रीन तुसी ये वीडियो देख ली है। आजकल ये वीडियो वायरल है और ਇਹਦੇ ਚ क्या जा रहा है, आरजू राजा कह रही है कि तुसी ਉਹਨੂੰ ਇੱਕ ਕੁਰਾਨ ਪਾਕ, ਇੱਕ ਤਸਬੀਹ और एक मुसल्ला ਜਿਹੜਾ है वो खरीद के ਦਿੱਤਾ। ਤੁਸੀਂ ਤੇ ਪਾਸਟਰ ਹੋ ਤੇ ਤੁਸੀਂ ਕਿਉਂ मतलब ਇਸ ਮਕਸਦ ਲਈ, ਖਾਸ ਤੌਰ ਤੇ ਇਸ ਮਕਸਦ ਲਈ ਉਹਨੂੰ ਲੈ ਕੇ ਦਿੱਤਾ? ਇਹ ਤੇ ਕਿਸੇ ਇਸਲਾਮੀ ਸਾਡੇ ਭਰਾ ਨੂੰ ਜਾਂ ਕਿਸੇ ਮੌਲवी साहब ਨੂੰ ਇਸ ਤਰ੍ਹਾਂ करना चाहिए ਸੀ। ये जो वीडियो गर्दिश कर रही है कुरान शरीफ लेके देने की, तस्बीह लेके देने की, मैंने बताया कि मैं 23 दिसंबर तक बिल्कुल जिम्मेदार थी सारी चीज़ों की। लेकिन 23 दिसंबर के बाद क्या हो रहा है, कौन सी वीडियोस बन रही है, क्या करवाया जा रहा है, उसकी मैं जिम्मेदार नहीं हूँ, ना मैं अकाउंटेबल हूँ। 23 दिसंबर को वकील साहब ने, जबरान ने इसको बिठा के, इसके वालिदैन को बिठा के अच्छे से समझाया कि आपने जैसे कोर्ट में बोला है कि आप मुसलमान हैं, जिस दिन आप वो दबाव में थी, खौफ में थी और उसके बड़े क्वेश्चन थे, 3 घंटे की काउंसलिंग चली है जिसको एक एक स्टेप को लॉयर ने आरजू को क्लियर किया, एक एक चीज़ उसको दिखाई, जो रिपोर्टें सबमिट हुई, सब कुछ बच्ची को बताया गया। मसला यही था, दोबारा मैं कहूँ कि बच्ची की रीयूनियन या बच्ची को उस चुंगल से निकालना ज़रूरी था। और उन्होंने कहा कि जिस दिन आप कहेंगी कि आप क्रिश्चियन हैं, आपका वहाँ पर मैं बयान करवा दूंगा कि आप क्रिश्चियन हैं, ये रिवर्ट हो जाएगा, ये कोई मसला नहीं है। जो आप कहेंगी वही आपका दीन होगा। आप कहेंगे आप क्रिश्चियन हैं, मैं उस दिन आपका रिवर्ट करवा दूंगा। ये बड़े अच्छे से समझाया था। अब वो बतौर मुसलमान होते हुए क्या खरीदती है, क्या लेती है, क्या नहीं लेती, इससे मेरा ताल्लुक नहीं है। मैंने और भी बच्चियां संभाली हुई हैं, वो सब ईमानदार हैं। 24 और 25 दिसंबर को मैंने इसके वालिदैन को फ़ोन करके कहा कि क्रिसमस का प्रोग्राम चल रहा है, आप आ जाएं, वो अटेंड करें। लेकिन उन्होंने कहा वो रिश्तेदारों के पास है। मैं मसीहत का प्रचार करती हूँ और जीसस की खातिर ही इस अपनी धरती पे ठहरी हुई हूँ। और आप जानते हैं कि मस्जिदों में जाकर, उल्मा के साथ जाकर डिबेट्स करना, उनको जवाब देना, अपने ईमान का दफा करना और जो सही हक और सच की बात पहुंचाना, वो पादरी शफीक और गजाला शफीक सर पे कफन बांध के पाकिस्तान में रहकर ये काम अंजाम दे रहे हैं और देते रहेंगे। और मसीहा के अलावा ना हम किसी
को जानते हैं वही हमारी पहचान, हमारी ज़ात, हमारे छुपने की जगह, हमारा खुदावंद और हमारा बादशाह है। इसलिए हम ईमान की जंग लड़ते हैं, वीडियो की गेम्स नहीं करते। ये जिसने करवाया वो जिम्मेदार है, क्यों करवाया, क्या उसके मुंह में डाला, क्यों कहलवाया गया, ये उनसे पूछे इस वीडियो का मकसद क्या है। ਬਾਜੀ ਇਸ ਵਕਤ ਨੈਸ਼ਨਲ ਨਿਊਜ਼ ਦੀ ਸਕਰੀਨ ਤੁਹਾਡੇ ਕੋਲ ਮੌਜੂਦ ਹੈ। ਤੁਸੀਂ ਪਾਕਿਸਤਾਨ ਦੇ ਵਿੱਚ ਰਹਿਣ ਵਾਲੀਆਂ ਹੋਰ ਮਸੀਹੀ ਬੱਚੀਆਂ ਜਾਂ ਉਹਨਾਂ ਦੇ ਵਾਲਿदैन ਜਾਂ ਪੂਰੀ ਮਸੀਹੀ ਕੌਮ ਨੂੰ ਅਗਰ ਕੋਈ ਪੈਗਾਮ ਦੇਣਾ ਚਾਹੁੰਦੇ ਹੋ। मेरी सॉरी बई मेरी जगह बदल गई है, तो ਤੁਹਾਡਾ ਇੱਕ ਹੋਰ ਸਵਾਲ ਆਇਆ, ਇਹ ਬਹੁਤ ਇੰਪੋਰਟੈਂਟ ਸੀ ਤੇ ਮੈਂ ਮੁਨਾਸਬ ਸਮਝਿਆ ਕਿ ਇਹਦਾ ਵੀ ਜਵਾਬ ਦਿੱਤਾ ਜਾਵੇ ਕਿ ਆਰਜ਼ੂ ਰਾਜਾ ਤੇ ਵਾਪਸ ਮਿਲ ਗਈ ਵਾਲਿदैन ਨੂੰ, ਲੇਕਿਨ ਅਸੀਂ ਸਬਕ ਕੀ ਸਿੱਖਿਆ तमाम वालदैन वास्ते भी ते पादरी साहिबान, मजहबी ते सियासी ते समाजी लीडर्स, खुदारा जिहड़ी बच्ची चली जाती एक तो उहदा पिछा ना छोड़ो, उहदा पिछा करके सानू अपनी बच्ची नू वापस लैण दी जरूरत हुंदी है। अपनी बेटियां नू तरक नहीं करना ते पहले सारियां तो पहला ते घर दा माहौल दुरुस्त करन दी जरूरत है। साडे अकायद होर ने, उन्हां दे अकायद होर ने। थानू जिहड़ी चीज़ समझ नहीं आती कि जदों ਉਹ ਤੁਹਾਡੇ ਨਾਲ लेन देन शुरू करते हैं, तुसी ते समझते हो कि 40 साल का है, 50 साल का है, ये चाचा है, बाबा है, ये शादीशुदा है, ये ते मेरी बेटी ते 6 साल दी आ या 12 साल दी आ या 10 साल दी आ, ये ते बेटियां दी वांगर, वो बेटियां दी वांगर नहीं हुंदी, क्योंकि उन्हां नू इजाजत है छोटी उम्र नाल शादी करन दी। वो अपनी दानस च वो भी सही कर रहे होंगे, क्योंकि उन्हों का अकीदा उन्होंने इजाजत दिंदा छोटी बेटी नाल शादी करन दी, लेकिन साडा अकीदा नहीं इजाजत दिंदा, साडा ईमान इजाजत नहीं दिंदा कि ना हमवार जुए विच मत जुतो। ते सानू अपने घर दी इकदार नू दुरुस्त करन दी जरूरत है। अगर दोस्ती कोई है भी है, जाहिर है असीं पाकिस्तान च रहिंदे आ, साडा कारोबार, उठना बैठना, लेन देन सब इन्हां नाल है, लेकिन वो तुहाडा शोहर रखे, तुहाडे बेटे रखन, कार विच इन्हां चीज़ां ना इंट्रोड्यूस करवाओ। तो यह जिहड़ा आंदे जांदे कोई टाफी थाडी बच्ची नू पकड़ा दिंदा या कोई बिस्किट पकड़ा दिंदा, तो तुसी समझदे हो कि चाचा दे रहा, वो चाचा नहीं दे रहा हुंदा, वो अपनी दुल्हन नू दे रहा हुंदा। तुसी अपनी बेटी नू बिठा के, जिद्दां बहावलपुर च होया सदफ नू जी, वो मोटरसाइकिल ते बिठा के स्कूल छोड़न जांदा सी, थाडी निगाह विच ये होएगा कि वो छोटी बच्ची है, लेकिन वो अपनी दुल्हन नू छोड़न जा रहा हुंदा, क्योंकि उहदे अकीदे च हैगा ये मेरी बच्ची, ये छोटी बच्ची नहीं है, मेरी दुल्हन बन सकती है। तो इस वास्ते असी अपने इकदार दी खुद हिफाजत करनी, अपनी चार दीवारी दी खुद हिफाजत, चादर चार दीवारी दी हिफाजत करनी। आ जिहड़ा असी रोड ते लैके छोटे मकान ने ते घरां तो बाहर शाम नू लैके अपने बच्चों नू बैठ जाते, सानू इस तो भी अवॉइड करना चाहिए। बाइबल दा जिहड़ा तालीमात है वो भी सिखाओ, तो दूसरे अकायद के बारे च कि उन्हां दा अकीदा ये आ, ताकि थानू पता होवे उन्हां दा अकीदा दूसरी शादी, तीसरी शादी, चौथी शादी हो सकती है। लाहौर च एक वाकया है जी, एक प्रोफैसर साहब वो शादीशुदा सी, जवान बच्चे सी, ते क्रिश्चन बच्ची जांदी सीगी, ते ਉਹ ਅਸੀਂ ਤੇ ਸਮਝਦੇ ਸੀ ਜੀ ਉਹ ਤੇ ਪ੍ਰੋਫੈਸਰ ਹੈ, ਉਹ ਤੇ ਬਜ਼ੁਰਗ ਹੈ, ਲੇਕਿਨ ਉਹਨੂੰ ਤੇ ਇਜਾਜ਼ਤ ਹੈ ਕਿ ਛੋਟੀ ਬੱਚੀ ਨਾਲ ਵੀ ਸ਼ਾਦੀ ਕਰ ਸਕਦਾ ਹੈ। ਤੇ ਉਹ ਬਜ਼ੁਰਗ ਨਹੀਂ ਹੁੰਦੇ, ਉਹਨਾਂ ਦੇ ਅਕਾਇਦ ਹੋਰ ਨੇ, ਉਹਨਾਂ ਦੀ ਸ਼ਰੀਅਤ ਹੋ ਰਹੇ, ਉਹਨਾਂ ਦੀ ਤਾਲੀਮ ਹੋ ਰਹੇ। ਸਾਡੀ ਤਾਲੀਮ ਫਰਕ ਹੈ, ਸਾਡੀ ਤਾਲੀਮ ਛੋਟੀ ਬੱਚੀ ਦੀ ਸ਼ਾਦੀ ਦੀ ਇਜਾਜ਼ਤ ਨਹੀਂ ਦਿੰਦੀ, ਮੁਲਕ ਦਾ ਕਾਨੂੰਨ ਨਹੀਂ ਦਿੰਦਾ, ਲੇਕਿਨ ਤੁਸੀਂ ਕਿਸੇ ਨੂੰ ਆਪਣੇ ਘਰ ਵੜਨ ਦੋਗੇ ਤਾਂ ਕੋਈ ਵੜਦਾ, ਤੁਸੀਂ ਮੌਕਾ ਦੋਗੇ ਆਪਣੀ ਬੇਟੀਆਂ ਨੂੰ ਕਿ ਕਿਸੇ ਕੋਲੋਂ ਬਿਸਕਿਟ ਤੇ ਟਾਫੀ ਪਕੜੇ। ਨਾਜ਼ਰੀਨ, ਤੁਸੀਂ ਗਜ਼ਾਲਾ ਸ਼ਫੀਕ ਸਾਹਿਬਾ ਦੀ ਉਹ ਗੁਫ਼ਤਗੂ ਸੁਣੀ। ਫੈਸਲਾ ਤੁਸੀਂ ਕਰਨਾ ਹੈ कि मैडम ने इस केस ਨੂੰ किस तरह लड़िया और कितना अच्छा लड़िया है। मेरी नज़र ਦੇ ਵਿੱਚ ਤੇ ਇਸ ਤੋਂ ਜ਼ਿਆਦਾ ਕੁਝ ਨਹੀਂ ਸੀ ਕੀਤਾ ਜਾ ਸਕਦਾ। ਬਹਰਹਾਲ ਨੈਸ਼ਨਲ ਨਿਊਜ਼ ਜਿਹੜਾ ਹੈ ਕੌਮ ਦੀ ਆਵਾਜ਼ ਹੈ। ਅਗਰ ਕਿਸੇ ਨੂੰ ਸਾਡੇ ਕਿਸੇ ਗੱਲਬਾਤ ਤੋਂ ਜਿਹੜਾ ਹੈ ਇਖਤਲਾਫ ਹੋਵੇ ਜਾਂ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਹੋਵੇ ਜਾਂ ਕੋਈ ਵੀ ਮਸ਼ਵਰਾ ਹੋਵੇ, ਤਾਂ ਨੈਸ਼ਨਲ ਨਿਊਜ਼ ਦੀ ਸਕਰੀਨ ਤੁਹਾਡੇ ਕੋਲ ਹਾਜ਼ਰ ਹੈ। ਤੁਸੀਂ ਸਾਡੇ ਜਿਹੜਾ ਦਿੱਤਾ ਗਿਆ फ़ोन नंबर है ये रबता कर सकते हो, नहीं तो साडा कमेंट बॉक्स जोड़ा है वो हाज़र है। तुसीं ये प्लीज़ कमेंट करो, इनू शेयर करो, तां जो बहुत सारे लोगों तक ये जी आवाज़ है ये पहुँच सके और लोगों को क्लीयर हो सके कि यह केस किस तरह का है। सारे सलामत रहो, अपने अपने धियां पुत्रां की अच्छी नेक तरबियत करो और हमेशा जिंदे वास्ते रहो। अज के प्रोग्राम में इत्थे ख़त्म करने, रब रखा।